ਡੀਅਰ ਸਟੂਡੈਂਟ, ਅੱਜ ਆਪਣਾ ਨਵਾਂ ਟੌਪਿਕ ਹੈ ਜੀ ਸਾਹਿਤ ਵਿੱਚ ਚੌਥਾ ਟੌਪਿਕ ਨਾਟਕ। ਪੰਜਾਬੀ ਸਾਹਿਤ ਰੂਪ ਦੇ ਚੌਥਾ ਬਿੰਦੂ ਨਾਟਕ ਸ਼ੁਰੂ ਕਰਦੇ ਹਾਂ। ਸਾਰਿਆਂ ਨਾਲੋਂ ਪਹਿਲਾਂ ਨਾਟਕ ਦਾ ਅਰਥ, ਪਰਿਭਾਸ਼ਾ ਅਤੇ ਤੱਤਾਂ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ। ਨਾਟਕ ਪੱਛਮੀ ਸੱਭਿਅਤਾ ਦੀ ਉਪਜ ਹੈ। ਵੀ ਜਿਹੜਾ ਨਾਟਕ ਕਿੱਥੋਂ ਸ਼ੁਰੂ ਹੋਇਆ? ਇਹ ਜਿਹੜੇ ਪੱਛਮੀ ਦੇਸ਼ ਹੈ ਇਹਨਾਂ ਦੇ ਵਿੱਚੋਂ ਇੱਥੋਂ ਸ਼ੁਰੂ ਹੋਇਆ। ਇਹ ਇਹਨਾਂ ਦੀ ਦੇਣ ਹੈ। ਇਹਨੂੰ ਸਟਾਰਟ ਕਰਨ ਵਾਲੇ ਜਾਂ ਸਾਰਿਆਂ ਨਾਲੋਂ ਪਹਿਲਾਂ ਨਾਟਕ ਦੀ ਰਚਨਾ ਨਾਟਕ ਕਿੱਥੇ ਕਰੇ ਜਾਣ ਲੱਗੇ? ਪੱਛਮੀ ਦੇਸ਼ਾਂ 'ਚ। ਨਾਟਕ ਨੂੰ ਅੰਗਰੇਜ਼ੀ ਵਿੱਚ ਡਰਾਮਾ ਕਿਹਾ ਜਾਂਦਾ ਹੈ। ਹਿੰਦੀ ਵਿੱਚ ਆਪਾਂ ਕਹਿ ਦਿੰਦੇ ਨਾਟਕ ਅਤੇ ਅੰਗਰੇਜ਼ੀ ਦਾ ਸ਼ਬਦ ਹੈ ਜੀ ਡਰਾਮਾ। ਪੰਜਾਬੀ ਸਾਹਿਤ ਕੋਸ਼ ਅਨੁਸਾਰ ਡਰਾਮਾ ਯੂਨਾਨੀ ਭਾਸ਼ਾ ਤੋਂ ਲਿਆ ਹੋਇਆ ਸ਼ਬਦ ਹੈ, ਜਿਸ ਦਾ ਅਰਥ ਹੈ ਜੀ ਕੀਤਾ ਹੋਇਆ। ਵੀ ਪੰਜਾਬੀ ਸਾਹਿਤ ਕੋਸ਼ ਆਪਾਂ ਨੂੰ ਦੱਸਦਾ ਕਿ ਜਿਹੜਾ ਇਹ ਡਰਾਮਾ ਸ਼ਬਦ ਹੈ ਇਹ ਯੂਨਾਨੀ ਭਾਸ਼ਾ 'ਚੋਂ ਆਇਆ ਹੋਇਆ ਹੈ। ਅਰਥਾਤ ਉਹ ਕਾਰਜ ਜੋ ਰੰਗਮੰਚ ਉੱਤੇ ਨਾਟਕੀ ਪਾਤਰ ਆਪਣੀ ਅਕਾਦਮੀ ਰਾਹੀਂ ਪੇਸ਼ ਕਰਦੇ ਹਨ ਅਤੇ ਦਰਸ਼ਕ ਦੇਖਦੇ ਹਨ। ਅਜਿਹੇ ਅਭਿਨੈ ਦੇ ਕਾਰਜ ਨੂੰ ਹੀ ਡਰਾਮਾ ਕਿਹਾ ਜਾਂਦਾ ਹੈ। ਨਾਟਕ ਜਾਂ ਡਰਾਮੇ ਦੀ ਪਰਿਭਾਸ਼ਾ ਵੀ ਜਿਹੜਾ ਰੰਗਮੰਚ ਉੱਤੇ, ਸਟੇਜ ਉੱਤੇ ਜਿਹੜਾ ਨਾਟਕੀ ਪਾਤਰਾਂ ਦੀ ਅਕਾਦਮੀ ਰਾਹੀਂ ਜਿਹੜਾ ਵਿਸ਼ਾ ਉਹ ਪੇਸ਼ ਕਰਦੇ ਹਨ ਦਰਸ਼ਕਾਂ ਦੇ ਸਾਹਮਣੇ। ਜਿਹੜੇ ਅਭਿਨੈ ਦਾ ਭਾਵ ਜਿਹੜਾ ਰੋਲ ਕਰਦੇ ਆ, ਤਾਂ ਉਸ ਨੂੰ ਡਰਾਮਾ ਕਿਹਾ ਜਾਂਦਾ ਹੈ। ਨਾਟਕ ਇੱਕੋ ਸਮੇਂ ਸਾਹਿਤਕ ਰਚਨਾ ਵੀ ਹੈ। ਨਾਟਕ ਹੈ ਜਿਹੜੀ ਇੱਕੋ ਸਮੇਂ ਸਾਹਿਤਕ ਰਚਨਾ ਵੀ ਹੈ ਅਤੇ ਮੰਚ ਰਚਨਾ ਵੀ ਹੈ। ਵੀ ਇੱਕ ਤਾਂ ਇਹ ਸਾਹਿਤ ਦਾ ਵੀ ਅੰਗ ਹੋ ਗਿਆ ਅਤੇ ਇਹਨੂੰ ਮੰਚ 'ਤੇ ਵੀ ਕੀਤਾ ਜਾ ਸਕਦਾ ਹੈ, ਨਾਟਕ ਕਰਕੇ ਦਿਖਾਇਆ ਜਾ ਸਕਦਾ ਹੈ। ਨਾਟਕ ਅਤੇ ਰੰਗਮੰਚ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਸਭ ਤੋਂ ਪਹਿਲਾਂ ਭਰਤ ਮੁਨੀ ਨੇ ਆਪਣੇ ਆਲੋਚਨਾ ਗ੍ਰੰਥ ਨਾਟਯ ਸ਼ਾਸਤਰ ਵਿੱਚ ਨਾਟਕ ਕਲਾ ਦਾ ਜ਼ਿਕਰ ਕੀਤਾ ਹੈ। ਸਾਰਿਆਂ ਨਾਲੋਂ ਪਹਿਲਾਂ ਭਰਤ ਮੁਨੀ ਦਾ ਗ੍ਰੰਥ ਸੀਗਾ ਜੀ ਨਾਟਯ ਸ਼ਾਸਤਰ ਵਿੱਚ ਨਾਟਕ ਕਲਾ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਪਰਿਭਾਸ਼ਾ ਡਾਕਟਰ ਅਤਰ ਸਿੰਘ ਅਨੁਸਾਰ ਨਾਟਕ ਇੱਕ ਸਮੂਹਿਕ ਕਲਾ ਹੈ। ਇਸ ਦੀ ਸਮਾਜਿਕ ਸਾਰਥਕਤਾ ਬਾਕੀ ਸਾਹਿਤਕ ਕਲਾ ਅੰਗਾਂ ਨਾਲੋਂ ਵਧੇਰੇ ਹੈ, ਜਿਸ ਦਾ ਪ੍ਰਭਾਵ ਵਧੇਰੇ ਡੂੰਘਾ ਅਤੇ ਵਿਸ਼ਾਲ ਖੇਤਰ ਵਿੱਚ ਮਾਰ ਕਰਨ ਵਾਲਾ ਹੁੰਦਾ ਹੈ। ਦੂਜੀ ਹੈ ਜੀ, ਅਰਸਤੂ ਨੇ ਨਾਟਕ ਨੂੰ ਜੀਵਨ ਦੀ ਨਕਲ ਕਿਹਾ ਹੈ, ਪਰ ਇਹ ਪ੍ਰਭਾਵਸ਼ਾਲੀ ਕਿਹਾ ਹੈ ਅਤੇ ਨਕਲ ਫੋਟੋਗ੍ਰਾਫੀ ਨਹੀਂ ਬਲਕਿ ਇਸ ਨੂੰ ਸਾਹਿਤਕ ਅੰਸ਼ਾਂ ਨਾਲ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾਂਦਾ ਹੈ। ਨਾਟਕ ਨਕਲ ਹੁੰਦਿਆਂ ਵੀ ਅਸਲ ਤੋਂ ਵਧੇਰੇ ਯਥਾਰਥ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਨਾਟਕ ਜਦੋਂ ਆਪਣੇ ਸਾਹਮਣੇ ਨਾਟਕ ਚੱਲਦਾ ਹੋਵੇ, ਆਪਾਂ ਨਾਟਕ ਦੇਖ ਰਹੇ ਹੋਵੇ, ਤਾਂ ਨਾਟਕ ਜਦੋਂ ਕਰ ਰਹੇ ਹੁੰਦੇ ਆ ਤਾਂ ਨਾਟਕ ਦੇ ਵਿੱਚ ਰੋਲ ਕਰਨ ਵਾਲੇ, ਅਦਾ ਕਰਨ ਵਾਲੇ ਪਾਤਰ ਹੁੰਦੇ ਆ, ਉਹਨਾਂ ਦੀ ਅਦਾਕਾਰੀ ਜਿਹੜੇ ਵਾਸਤਵਿਕ ਜੀਵਨ ਹੁੰਦਾ ਉਸ ਤੋਂ ਵੀ ਜ਼ਿਆਦਾ ਆਪਾਂ ਨੂੰ ਅਸਲੀਅਤ ਲੱਗਦਾ ਵੀ ਇਹ ਵਾਸਤਵ ਦੇ ਵਿੱਚ ਇਸੇ ਤਰ੍ਹਾਂ ਦੀ ਹੀ ਇਹ ਘਟਨਾ ਹੈ ਜੋ ਆਪਣੀਆਂ ਗੱਲਾਂ ਇਹ ਸਾਹਮਣੇ ਰੱਖ ਰਹੇ ਹਨ। ਨਾਟਕ ਦੇ ਜੀ ਤੱਤ, ਪਹਿਲਾ ਹੈ ਕਥਾ ਵਸਤੂ, ਕਥਾਨਕ ਜਾਂ ਪਲਾਟ। ਤਿੰਨਾਂ 'ਚੋਂ ਕੋਈ ਵੀ ਆਪਾਂ ਇੱਕ ਨਾਂ ਲੈ ਸਕਦੇ ਹਾਂ। ਨਾਟਕ ਦੀ ਕਹਾਣੀ, ਕਥਾ ਵਸਤੂ, ਪਲਾਟ ਨੂੰ ਨਾਟਕ ਦੀ ਕਹਾਣੀ, ਕਥਾਨਕ ਜਾਂ ਪਲਾਟ ਨੂੰ ਕਥਾ ਵਸਤੂ ਕਿਹਾ ਜਾਂਦਾ ਹੈ। ਨਾਟਕ ਦੀ ਕੀ ਕਿਹਾ? ਕਹਾਣੀ। ਫਿਰ ਇੱਕ ਵਾਰ ਰਿਪੀਟ ਕਰਦਾ, ਨਾਟਕ ਦੀ ਕਹਾਣੀ ਹੋਵੇ, ਕਥਾਨਕ ਹੋਵੇ ਜਾਂ ਪਲਾਟ ਹੋਵੇ,
ਉਸ ਨੂੰ ਕੀ ਕਿਹਾ ਜਾਂਦਾ ਹੈ? ਕਥਾ ਵਸਤੂ ਕਿਹਾ ਜਾਂਦਾ ਹੈ। ਨਾਟਕ ਦੀ ਕਥਾ ਵਸਤੂ ਕਿਹਾ ਜਾਂਦਾ ਹੈ ਜੋ ਨਾਟਕ ਦੀ ਹੁੰਦੀ ਹੈ। ਵਸਤੂ ਕਿਹਦੀ ਹੁੰਦੀ ਹੈ? ਨਾਟਕ ਦੀ। ਨਾਟਕ ਜ਼ਿੰਦਗੀ ਨਾਲ ਸੰਬੰਧਿਤ ਹੈ ਅਤੇ ਕਥਾ ਵਸਤੂ ਕਲਾਤਮਕ ਢਾਂਚੇ ਵਿੱਚ ਸੰਗਠਿਤ ਕਰਨ ਲਈ ਕਈ ਤਰ੍ਹਾਂ ਦੀਆਂ ਜੁਗਤਾਂ ਦੀ ਵਰਤੋਂ ਕਰਨੀ ਪੈਂਦੀ ਹੈ। ਵੀ ਕਥਾ ਵਸਤੂ ਕੀ ਹੈ? ਕਲਾਤਮਕ ਢਾਂਚੇ ਵਿੱਚ ਸੰਗਠਿਤ ਕਰਨ ਲਈ ਕਈ ਤਰ੍ਹਾਂ ਦੀਆਂ ਜੁਗਤਾਂ ਦੀ ਵਰਤੋਂ ਕਰਨੀ ਪੈਂਦੀ ਹੈ। ਕਥਾ ਵਸਤੂ ਆਦਿ ਤੋਂ ਸਟਾਰਟਿੰਗ ਤੋਂ ਚੱਲ ਕੇ ਵਿਕਾਸ ਕਰਦੀ ਹੋਈ ਅੰਤਿਮ ਬਿੰਦੂ ਤੱਕ ਪਹੁੰਚਦੀ ਹੈ ਅਤੇ ਨਾਟਕ ਦਾ ਅੰਤ ਦੁਖਾਂਤਕ ਵੀ ਹੋ ਸਕਦਾ ਹੈ ਅਤੇ ਦੁਖਾਂਤਕ ਸੁਖਾਂਤਕ ਵੀ ਹੋ ਸਕਦਾ ਹੈ। ਇਹ ਨਾਟਕ 'ਤੇ ਨਿਰਭਰ ਕਰਦਾ ਹੈ। ਨਾਟਕ ਵਿੱਚ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਨੂੰ ਵੀ ਧਿਆਨ ਵਿੱਚ ਰੱਖਣਾ ਪੈਂਦਾ ਹੈ। ਸਮੇਂ ਤੋਂ ਭਾਵ ਨਾਟਕ ਨੂੰ ਖੇਡਣ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਸਥਾਨ ਤੋਂ ਭਾਵ ਰੰਗਮੰਚ ਉੱਤੇ ਸਥਾਨ ਦੀ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ ਅਤੇ ਕਾਰਜ ਦੀ ਏਕਤਾ ਤੋਂ ਭਾਵ ਪਲਾਟ 'ਚ ਜਾਂ ਕੋਈ ਅਜਿਹੀ ਘਟਨਾ ਨਾ ਆਏ ਜਿਸ ਦਾ ਕਥਾਨਕ ਨਾਲ ਕੋਈ ਸੰਬੰਧ ਨਾ ਹੋਵੇ। ਦੂਜਾ ਬਿੰਦੂ ਹੈ ਪਾਤਰ ਅਤੇ ਪਾਤਰ ਉਸਾਰੀ। ਪਾਤਰ ਅਤੇ ਪਾਤਰ ਉਸਾਰੀ ਨਾਟਕ ਦੀ ਰਚਨਾ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਪਾਤਰਾਂ ਦੁਆਰਾ ਹੀ ਨਾਟਕ ਦੀ ਬਣਤਰ ਤਿਆਰ ਹੁੰਦੀ ਹੈ ਅਤੇ ਨਾਟਕ ਦਾ ਪ੍ਰਧਾਨ ਜਿਹੜਾ ਪੁਰਖ ਹੁੰਦਾ ਹੈ, ਪਾਤਰ, ਨਾਇਕ, ਵੀ ਨਾਟਕ ਦੇ ਵਿੱਚ ਜਿਹੜਾ ਮੇਨ ਰੋਲ ਅਦਾ ਕਰਦਾ ਜਿਹੜਾ ਪੁਰਖ ਹੁੰਦਾ ਉਹਨੂੰ ਨਾਇਕ ਕਿਹਾ ਜਾਂਦਾ ਹੈ ਅਤੇ ਜਿਹੜੀ ਇਸਤਰੀ ਪਾਤਰ ਹੁੰਦੀ ਹੈ ਮੁੱਖ, ਉਹਨੂੰ ਨਾਇਕਾ ਕਿਹਾ ਜਾਂਦਾ ਹੈ। ਨਾਟਕ ਦੇ ਪਾਤਰ ਜਿਉਂਦੇ, ਜਾਗਦੇ ਅਤੇ ਜ਼ਿੰਦਗੀ ਦੇ ਕਿਸੇ ਮੋੜ 'ਤੇ ਮਿਲ ਸਕਣ ਵਾਲੇ ਹੋਣੇ ਚਾਹੀਦੇ ਹਨ। ਪਾਤਰਾਂ ਨੂੰ ਨਾਟਕ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹ ਜੀਵਨ ਦੀ ਕਲਾਤਮਕ ਨਕਲ ਹੋਣਾ। ਨਾਟਕ ਵਿਚਲਾ ਨਾਇਕ ਗੁਣਵਾਨ ਅਤੇ ਆਦਰਸ਼ਵਾਦੀ ਹੋਣਾ ਚਾਹੀਦਾ ਹੈ। ਤੀਜਾ ਹੈ ਵਾਰਤਾਲਾਪ। ਨਾਟਕ ਦਾ ਸਾਰਾ ਢਾਂਚਾ ਵਾਰਤਾਲਾਪ ਦੁਆਰਾ ਹੀ ਉਸਾਰਿਆ ਜਾਂਦਾ ਹੈ। ਇਸੇ ਰਾਹੀਂ ਨਾਟਕ ਵਿੱਚ ਕਥਾ ਵਸਤੂ ਦਾ ਵਿਕਾਸ ਹੁੰਦਾ ਹੈ। ਇਸੇ ਰਾਹੀਂ ਨਾਟਕ ਵਿੱਚ ਕਥਾ ਵਸਤੂ ਵਿਕਾਸ ਹੁੰਦਾ ਹੈ ਅਤੇ ਨਾਟਕੀ ਗੁਣਾਂ ਦੀ ਵੀ ਸਥਾਪਨਾ ਹੁੰਦੀ ਹੈ। ਵਾਰਤਾਲਾਪ ਸੁਭਾਵਿਕ ਹੋਣਾ ਚਾਹੀਦਾ ਹੈ। ਇਸ ਵਿੱਚ ਬਣਾਉਟੀਪਣ ਬਿਲਕੁਲ ਨਹੀਂ ਹੋਣਾ ਚਾਹੀਦਾ। ਕਈ ਵਾਰ ਵਾਰਤਾਲਾਪ ਵਿੱਚ ਬਹੁਤ ਕੁਝ ਅਣਕਿਹਾ ਹੀ ਛੱਡ ਦਿੱਤਾ ਜਾਂਦਾ ਹੈ ਅਤੇ ਦਰਸ਼ਕ ਸੂਝ ਦੁਆਰਾ ਹੀ ਸਮਝ ਲੈਂਦੇ ਹਨ ਕਿ ਨਾਟਕ ਵਿੱਚ ਸੰਬੋਧਨੀ ਅਤੇ ਪ੍ਰਸ਼ਨੋਤਰੀ ਸ਼ੈਲੀ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ। ਨਾਟਕ ਵਿਚਲੇ ਵਾਰਤਾਲਾਪ ਸਾਰਥਕ ਹੋਣੇ ਚਾਹੀਦੇ ਹਨ। ਵਾਰਤਾਲਾਪ ਦਾ ਰਸਦਾਇਕ ਹੋਣਾ ਮੁੱਖ ਗੁਣ ਹੈ। ਦੇਸ਼, ਕਾਲ ਅਤੇ ਵਾਤਾਵਰਨ। ਨਾਟਕ ਵਿੱਚ ਵਿਸ਼ੇ ਤੇ ਘਟਨਾਵਾਂ ਅਨੁਸਾਰ ਦੇਸ਼, ਕਾਲ ਅਤੇ ਵਾਤਾਵਰਨ ਸਿਰਜਣਾ ਚਾਹੀਦਾ ਹੈ। ਹਰ ਇੱਕ ਯੁੱਗ ਦੀ ਅਤੇ ਹਰ ਇੱਕ ਦੇਸ਼ ਦੀ ਆਪਣੀ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਹੁੰਦਾ ਹੈ। ਉਹਨਾਂ ਦੇ ਆਪਣੇ ਆਪਣੇ ਰੀਤੀ ਰਿਵਾਜ, ਪਹਿਰਾਵਾ ਅਤੇ ਰਹਿਣ ਸਹਿਣ ਦੇ ਢੰਗ ਹੁੰਦੇ ਹਨ। ਇਸ ਲਈ ਵਾਤਾਵਰਨ ਦੇ ਅਨੁਕੂਲ ਹੀ ਚਿਤਰਣ ਹੋਣਾ ਚਾਹੀਦਾ ਹੈ। ਜਿਵੇਂ ਕਿ ਰਾਮਾਇਣ ਦੇ ਪਾਤਰਾਂ ਨੂੰ ਕੋਟ ਪੈਂਟ ਨਹੀਂ ਪਵਾਏ ਜਾ ਸਕਦੇ। ਵੀ ਨਾਟਕ ਹੈ,
ਜਿਸ ਵਿਸ਼ੇ ਦੇ ਆਧਾਰ 'ਤੇ ਹੋਊਗਾ ਉਹਨਾਂ ਦਾ ਜਿਹੜੀ ਵਾਰਤਾਲਾਪ ਹੈ, ਉਹਨਾਂ ਦਾ ਜਿਹੜਾ ਵਾਤਾਵਰਨ ਹੈ, ਉਹਨਾਂ ਦਾ ਜੋ ਵੀ ਉਸ ਸਮੇਂ ਦੀ ਸਥਿਤੀ ਹੈ ਉਹ ਉਸ ਦੇ ਅਨੁਕੂਲ ਹੋਣੀ ਚਾਹੀਦੀ ਹੈ। ਨਹੀਂ, ਕੋਟ ਪੈਂਟ ਨਹੀਂ ਪਾਇਆ ਜਾ ਸਕਦਾ। ਅਤੇ ਉਸੇ ਤਰ੍ਹਾਂ ਹੀ ਹੀਰ ਰਾਂਝੇ ਦੇ ਪਾਤਰਾਂ ਵਿੱਚ ਦੇ ਪਹਿਰਾਵੇ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਜੇਕਰ ਹੀਰ ਰਾਂਝੇ ਦੀ ਗੱਲ ਕਰਾਂਗੇ ਤਾਂ ਉਸ ਸਮੇਂ ਦੇ ਉਹਨਾਂ ਦੇ ਰਹਿਣ ਸਹਿਣ, ਬੋਲੀ, ਕੱਪੜਾ, ਸਭ ਚੀਜ਼ ਦਾ ਉਸੇ ਹਿਸਾਬ ਨਾਲ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਤਾਂ ਹੀ ਆਪਣਾ ਜਿਹੜਾ ਨਾਟਕ ਹੈ ਉਹ ਪ੍ਰਭਾਵਸ਼ਾਲੀ ਬਣ ਸਕਦਾ ਹੈ। ਉਦੇਸ਼ ਨਾਟਕ ਦਾ ਉਦੇਸ਼ ਜੀਵਨ ਦੀ ਵਿਆਖਿਆ ਕਰਨਾ ਹੈ। ਉਹ ਅਜਿਹਾ ਨਾਟਕ ਰਾਹੀਂ ਹੀ ਕਰ ਸਕਦਾ ਹੈ। ਨਾਟਕਕਾਰ ਜੀਵਨ ਵਿੱਚੋਂ ਵਾਪਰਨ ਵਾਲੀ ਕਿਸੇ ਘਟਨਾ ਤੋਂ ਪ੍ਰੇਰਿਤ ਹੋ ਕੇ ਹੀ ਨਾਟਕ ਰਾਹੀਂ ਉਸ ਵਿੱਚ ਨਵੇਂ ਅਰਥ ਭਰਦਾ ਹੈ। ਜੇ ਉਹ ਆਪਣਾ ਉਦੇਸ਼ ਦਰਸ਼ਕਾਂ ਅੱਗੇ ਨਹੀਂ ਰੱਖ ਸਕਦਾ ਹੈ ਤਾਂ ਉਸ ਨੂੰ ਨਾਟਕ ਲਿਖਣ ਦਾ ਕੋਈ ਫਾਇਦਾ ਨਹੀਂ ਗਾ। ਕੋਈ ਉਹਦਾ ਉਦੇਸ਼, ਚਾਹੇ ਕਵਿਤਾ ਲਿਖਣੀ ਹੈ, ਆਪਾਂ ਇਕਾਂਗੀ ਲਿਖਣੀ ਹੈ, ਨਾਟਕ ਲਿਖਣਾ ਹੈ, ਇਹਦੇ ਪਿੱਛੇ ਲਿਖਣ ਵਾਲੇ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ, ਉਹਦਾ ਮੰਤਵ ਹੁੰਦਾ ਹੈ। ਜੇਕਰ ਉਹ ਉਦੇਸ਼ ਪਾਠਕਾਂ ਸਾਹਮਣੇ ਨਹੀਂ ਰੱਖ ਸਕਿਆ ਤਾਂ ਉਹਨਾਂ ਨੂੰ ਇਹ ਚੀਜ਼ ਲਿਖਣ ਦਾ ਕੋਈ ਫਾਇਦਾ ਨਹੀਂ। ਰੰਗਮੰਚ ਵੀ ਨਾਟਕ ਦਾ ਮੁੱਖ ਤੱਤ ਹੈ। ਭਾਰਤੀ ਚਿੰਤਕਾਂ ਨੇ ਇਸ ਨੂੰ ਦ੍ਰਿਸ਼ ਕਾਵਿ ਦੀ ਵੰਨਗੀ ਕਿਹਾ ਹੈ। ਜੋ ਨਾਟਕ ਰੰਗਮੰਚ 'ਤੇ ਖੇਡਿਆ ਜਾ ਸਕਦਾ ਹੈ ਉਹ ਉਸ ਨੂੰ ਸਫਲ ਨਾਟਕ, ਜੋ ਨਾਟਕ ਰੰਗਮੰਚ 'ਤੇ ਨਹੀਂ ਖੇਡਿਆ ਜਾ ਸਕਦਾ ਉਸ ਨੂੰ ਸਫਲ ਨਾਟਕ ਨਹੀਂ ਕਿਹਾ ਜਾ ਸਕਦਾ। ਸਫਲ ਨਾਟਕ ਆਪਾਂ ਉਸੇ ਨੂੰ ਕਹਿ ਸਕਦੇ ਹਾਂ ਜਿਸ ਨੂੰ ਆਪਾਂ ਰੰਗਮੰਚ ਉੱਤੇ ਪੇਸ਼ ਕਰ ਸਕੀਏ। ਅਗਲਾ ਹੈ ਜੀ ਭਾਸ਼ਾ ਅਤੇ ਸ਼ੈਲੀ। ਨਾਟਕ ਦੀ ਭਾਸ਼ਾ ਦਾ ਪਾਤਰਾਂ, ਪ੍ਰਸੰਗ ਅਤੇ ਭਾਵ ਦੇ ਅਨੁਕੂਲ ਹੋਣਾ ਚਾਹੀਦਾ ਹੈ। ਭਾਸ਼ਾ ਸਰਲ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਉਹੀ ਸ਼ਬਦ ਵਰਤੇ ਜਾਣੇ ਚਾਹੀਦੇ ਹਨ ਜੋ ਸੰਬੰਧਿਤ ਪਾਤਰ ਆਮ ਜੀਵਨ ਵਿੱਚ ਵਰਤਦੇ ਹਨ। ਨਾਟਕ ਦੀ ਸ਼ੈਲੀ ਵੀ ਰੋਚਕ ਅਤੇ ਸੁਭਾਵਿਕ ਹੋਣੀ ਚਾਹੀਦੀ ਹੈ। ਨਾਟਕ ਤਾਂ ਜੋ ਉਹ ਸਰੋਤਿਆਂ ਦੇ ਕੰਨਾਂ, ਅੱਖਾਂ ਅਤੇ ਦਿਲਾਂ ਨੂੰ ਆਪਣੇ ਵੱਲ ਖਿੱਚੇ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਪਰੋਕਤ ਤੱਤਾਂ ਦੇ ਆਧਾਰ 'ਤੇ ਹੀ ਇੱਕ ਨਾਟਕਕਾਰ ਇੱਕ ਸਫਲ ਨਾਟਕ ਦੀ ਸਿਰਜਣਾ ਕਰ ਸਕਦਾ ਹੈ। ਅਤੇ ਇਹ ਸੀ ਆਪਣਾ ਪੰਜਾਬੀ ਸਾਹਿਤ ਰੂਪ ਦਾ ਨਾਟਕ। ਉਮੀਦ ਕਰਦੇ ਹਾਂ ਤੁਸੀਂ ਧਿਆਨ ਨਾਲ ਸੁਣਿਆ ਹੋਣਾ। ਸੁਣੋ ਅਤੇ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਕਰੋ, ਕਮੈਂਟ ਕਰੋ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨਾਲ ਜੁੜੋ ਤਾਂ ਜੋ ਤੁਹਾਨੂੰ ਹੋਰ ਵੀ ਨਵੀਆਂ ਵੀਡੀਓ ਅਤੇ ਤੁਹਾਨੂੰ ਆਪਣੀ ਕਲਾਸ ਦਾ ਪੂਰਾ ਸਿਲੇਬਸ ਮਿਲ ਸਕੇ। ਧੰਨਵਾਦ।